राग पास संतोख सूत जत गंडी सतवट एहो दिन जी का भई का पांडे हट ना एव टूटे ना मन लगे ना एव जले रहा ਧਨ ਸਮਾਰ ਸਿਨਾਨ ਜੋ ਗਲ ਚੱਲੇਗਾ ਚੰਕੜ ਮੁਲੈਣਾ ਮੈਂ ਕੇ ਪਾਰ ਸਿੱਖਾਂ ਕੰਨ ਚੜਾਇਆ ਗੁਰਮਤਿ ਓ ਮੁਆ ਚੜ ਪਿਆ ਵੇਤ जुग हो जुग अटल चबर शतुर तक दे मालक साहिब सच्चा पातशाह धन गुरु ग्रंथ सच्चे पातशाह जी की रहमत कृपा बख्शिश हुई है। हर रोज़ की तरह सत संगत करन का सुभाग समा प्राप्त होया है। सुआओ रल मिल बाबे की पावन बाणी आशा की वार रल मिल जचे कीर्तन श्रवण करनी हाँ पावन बाणी को समझण का जतन करिए। विचार आरंभ करने तो पहला अदब प्यार सहित बुलाओ आखो जी वाहिगुरु जी का खालसा वाहिगुरु जी की फतेह। साहिब सच्चा पातशाह गुरु नानक साहिब महाराज सच्चे पातशाह जी के पावन श्लोक के अंदर बड़ा सोहना उपदेश देता है कि जे किसी ने धर्मी बनना है कि उसनू पहला धर्म धारण करना पैना। धर्मी अखवाउण वास्ते धर्मी बनने वास्ते धर्म नूं धारण करना पैना है। ते इस संसार के अंदर जे आपां झात मारीए देखिए ना तो किन्ने धर्म जिहड़े ने बंदे ने आपो अपने बनाए हुए थे। हरेक मत धर्म अपना अपना अपने फिरके नाल जोड़िया। पर जदों गुरु ग्रंथ साहिब महाराज सच्चे पातशाह जी की बाणी को पढ़ीए तो मेरे बाबे ने पुकार के आखिया सर्व धर्म में श्रेष्ठ धर्म हर को नाम जप निर्मल कर्म। रवि गुणा धारण करके रवि गुणा अपने अंदर कमा के अपने अंदर वसा के उन्होंने गुणा के मुताबिक जिंदगी जिउना असली धर्म है।
ਹੁਣ ਜਦੋਂ ਅਲੱਗ-ਅਲੱਗ ਮਤਾਂ ਵਾਲੇ ਆਪਣੇ ਜਜ਼ਮਾਨਾਂ ਨੂੰ, ਆਪਣੇ ਲੋਕਾਂ ਨੂੰ ਧਰਮ ਧਾਰਨ ਕਰਵਾਉਂਦੇ ਨੇ ਨਾ, ਤੇ ਉਹ ਧਰਮੀ ਬਣਾਉਣ ਵਾਸਤੇ ਧਰਮ ਦੀਆਂ ਜੋ ਸਿੱਖਿਆਵਾਂ ਨੇ, ਜੋ ਉਹਨਾਂ ਦੇ ਧਰਮਾਂ ਦੀ ਜੋ ਗੁਣ ਨੇ, ਜੋ ਉਹਨਾਂ ਦੀ ਮਰਿਆਦਾ ਹੈ, ਜੋ ਉਹਨਾਂ ਦੀ ਪ੍ਰਣਾਲੀ ਹੈ, ਉਹ ਸਾਰਾ ਹੀ ਕੋਸ਼ਿਸ਼ ਕਰਦੇ ਨੇ, ਉਵੇਂ ਕਰਦੇ ਨੇ। ਖੈਰ ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜਾ ਸੋਹਣਾ ਉਪਦੇਸ਼ ਦਿੱਤਾ। ਕਹਿੰਦੇ ਵੀ ਦੇਖੋ, ਧਰਮ ਵਿੱਚ ਸ਼ਾਮਲ ਕਰਨ ਲੱਗਿਆਂ ਮੈਨੂੰ ਵੀ ਪੰਡਤ ਨੇ ਆਖਿਆ। ਪੰਡਤ ਆਖਦਾ ਹੈ, ਨਾਨਕ ਜੀ ਤੁਹਾਡੇ ਗਲ ਵਿੱਚ ਵੀ ਜਨੇਊ ਪਾਉਣਾ ਹੈ, ਤੇ ਜਨੇਊ ਬਣਾ ਕੇ ਤੁਹਾਨੂੰ ਅਸੀਂ ਧਰਮੀ ਬਣਾਉਣਾ ਹੈ, ਆ ਧਰਮ ਵਿੱਚ ਸ਼ਾਮਲ ਕਰਨਾ ਹੈ। ਬਾਬੇ ਨੇ ਆਖਿਆ, ਜਿਹੜਾ ਜਨੇਊ ਤੁਸੀਂ ਮੇਰੇ ਗਲ ਵਿੱਚ ਪਾਉਣਾ ਹੈ, ਕੀ ਹੋਏਗਾ ਇਹਦੇ ਨਾਲ? ਆਖਦਾ ਹੈ ਪੰਡਤ ਕਿ ਬਾਬਾ ਤੁਸੀਂ ਹਿੰਦੂ ਬਣ ਜਾਓਗੇ, ਧਰਮ ਵਿੱਚ ਸ਼ਾਮਲ ਹੋ ਜਾਓਗੇ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਕਾਰੀ ਥੋੜਾ ਹੈ, ਮੈਂ ਜਨੇਊ ਪਾਉਣਾ, ਪਰ ਉਹ ਜਿਹੜਾ ਮੈਂ ਤੁਹਾਨੂੰ ਆਖਾਂਗਾ ਪਾਵਾਂਗਾ, ਉਹ ਕਮਾਲ ਦੀ ਗੱਲ ਹੈ ਨਾ, ਕਿ ਅੱਜ ਪਹਿਲਾ ਉਹ ਮਹਾਨ ਪੁਰਖ ਹੈ ਜਿਸ ਨੂੰ ਭਾਈ ਗੁਰਦਾਸ ਜੀ ਨੇ ਵੀ ਆਖਿਆ ਕਿ ਵੱਡਾ ਪੁਰਖ ਕਲਯੁਗ ਅੰਦਰ ਜੋਤ ਜਗਾਈ। ਐਸੇ ਵੱਡੇ ਪੁਰਖ ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਡਤ ਨੂੰ ਸਵਾਲ ਕੀਤਾ, ਇੱਕ ਧਾਰਮਿਕ ਗੁਰੂ ਨੂੰ ਸਵਾਲ ਕੀਤਾ, ਧਾਰਮਿਕ ਆਗੂ ਨੂੰ। ਵੈਸੇ ਤੇ ਧਰਮੀ ਹੋਣ ਵਾਸਤੇ ਕਿਸੇ ਬੰਦੇ ਦਾ ਸਹਾਰਾ ਨਹੀਂ ਲੈਣਾ ਪੈਂਦਾ, ਵੀ ਧਰਮੀ ਬਣਾਉਣ ਵਾਸਤੇ ਕੋਈ ਧਰਮੀ ਬਣਾਵੇ। ਧਾਰਨ ਕਰਨਾ ਹੈ ਤੇ ਧਰਮ ਕੌਣ? ਗੁਰੂ ਹੀ ਸਾਨੂੰ ਧਰਮੀ ਬਣਾ ਸਕਦਾ। ਤੇ ਉਹ ਗੁਰੂ ਕਿਹੜਾ ਹੈ, ਉਹ ਗੁਣ ਕਿਹੜੇ ਨੇ? ਬਾਬੇ ਨੇ ਵਰਣਨ ਕੀਤੇ, ਕਿਹਾ ਦਇਆ, ਕਪਾਹ। ਪੰਡਤ ਜੀ ਲੋ ਆ ਤੁਹਾਨੂੰ ਦੱਸਣ ਲੱਗਾ ਵੀ ਜਨੇਊ ਇਹਨਾਂ ਚੀਜ਼ਾਂ ਦਾ ਬਣਿਆ ਹੋਵੇ, ਮੈਂ ਪਾਵਾਂ, ਮੈਂ ਆਖ ਸਕਾਂ ਲੋਕਾਂ ਨੂੰ ਕਿ ਮੈਂ ਧਰਮੀ ਹਾਂ। ਵੈਸੇ ਬਾਬੇ ਨੂੰ ਅਖਵਾਉਣ ਦੀ ਲੋੜ ਨਹੀਂ। ਸਤਿਗੁਰੂ ਜੀ ਦੀ ਬਾਣੀ ਨੇ ਆਖਿਆ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਗੁਰੂ ਨਾਨਕ ਸਾਹਿਬ ਮਹਾਰਾਜ ਤੁਸੀਂ ਤੁਹਾਨੂੰ ਧਰਮੀ ਅਖਵਾਉਣ ਦੀ ਲੋੜ ਥੋੜੀ ਹੈ। ਵੈਸੇ ਚਲੋ ਧਾਰਮਿਕ ਰਸਮਾਂ ਦੇ ਮੁਤਾਬਕ ਪੰਡਤ ਜੀ ਘਰ ਵਿੱਚ ਨੇ, ਔਰ ਬਾਬੇ ਨੇ ਆਖਿਆ, ਪੰਡਤ ਜੀ ਮੇਰਾ ਸਵਾਲ ਹੈ ਤੁਹਾਨੂੰ, ਦਇਆ, ਕਪਾਹ, ਸੰਤੋਖ, ਸੂਦ, ਜਤ ਗੰਢੀ, ਸਤ ਵੱਟ। ਬਾਬੇ ਨੇ ਆ ਗੁਣ ਅੱਗੇ ਰੱਖੇ। ਆਖਿਆ ਜਿਹੜੀ ਕਪਾਹ ਹੈ ਨਾ, ਉਹ ਦਇਆ ਦੀ ਹੋਵੇ, ਦਇਆ ਦੀ ਕਪਾਹ ਹੋਵੇ, ਦਇਆ ਕਪਾਹ। ਸੰਤੋਖ, ਸੂਦ, ਤੇ ਜਿਹੜਾ ਸੂਤਰ ਹੈ ਨਾ, ਸੂਦ ਹੈ, ਕਹਿੰਦੇ ਉਹ ਸੰਤੋਖ ਦਾ ਹੋਵੇ। ਕਿਉਂਕਿ ਧਰਮੀ ਬਣਨ ਲੱਗਿਆ ਸਭ ਤੋਂ ਪਹਿਲਾਂ ਮੈਨੂੰ ਦਇਆ ਚਾਹੀਦੀ ਹੈ। ਦਇਆ ਦੇ ਵਿੱਚੋਂ ਧਰਮ ਪੈਦਾ ਹੋਣਾ ਹੈ। ਜੇ ਕੋਲ ਪਿਆਰ ਨਹੀਂ, ਅੰਦਰ ਤਰਸ ਦੀ ਭਾਵਨਾ ਨਹੀਂ ਹੈ ਨਾ, ਦਇਆ ਨਹੀਂ ਹੈ, ਤੇ ਧਰਮੀ ਕਿਵੇਂ ਤੂੰ ਹੋ ਸਕਦਾ ਭਾਈ? ਅੰਦਰ ਸੰਤੋਖ ਨਹੀਂ ਹੈ, ਅੰਦਰ ਜ਼ਤ ਨਹੀਂ ਹੈ, ਅੰਦਰ ਸੁਚ ਨਹੀਂ ਹੈ, ਤੇ ਮਹਾਰਾਜ ਕਿਤੇ ਜੇ ਉੱਚਾ ਆਚਰਣ ਹੀ ਨਹੀਂ ਹੈ, ਤੇ ਪੰਡਤ ਜੀ ਆ ਕੱਲਾ
ਇਹ ਤੇ ਤੁਸੀਂ ਪਾ ਦਿਓ ਸੜ ਜਾਏਗਾ। ਖੈਰ ਅਗਲੀਆਂ ਪੰਕਤੀਆਂ ਅੰਦਰ ਮੇਰੇ ਬਾਬੇ ਨੇ ਸਮਝਾਇਆ ਬੜੇ ਪਿਆਰ ਨਾਲ। ਇਹਦੇ ਪਹਿਲੀ ਗੱਲ ਜਨੇਊ ਆ ਗੁਣਾਂ ਦਾ ਹੋਣਾ ਚਾਹੀਦਾ। ਦਇਆ, ਕਪਾਹ, ਸੰਤੋਖ, ਸੂਰਤ, ਜਤ, ਗੰਢੀ। ਜਤ ਦੀ ਗੰਢ ਮਾਰੀ ਹੋਵੇ, ਮੇਰੇ ਇੰਦਰੀ ਉਹ ਵਿਕਾਰਾਂ ਵੱਲ ਨਾ ਜਾਂਦੇ ਹੋਣ। ਜਤ ਗੰਢੀ ਸੱਤ ਵੱਟ ਤੇ ਉੱਚੇ ਆਚਰਣ ਦੇ ਵੱਟ ਦਿੰਦੇ ਹੋਣ। ਮੇਰਾ ਕਰੈਕਟਰ ਜਿਹੜਾ ਹੈ ਨਾ ਉਹ ਬੜਾ ਉੱਚਾ ਹੋਵੇ। ਤੇ ਜੇ ਤੇ ਪੰਡਤ ਜੀ ਤੁਹਾਡੇ ਕੋਲ ਇਹ ਜਨੇਊ ਹੈ ਹਈ, ਤੇਰੇ ਕੋਲ ਹੈ ਹਈ, ਤਾਂ ਪਾਂਡੇ ਘੱਤ ਤਾਂ ਮੇਰੇ ਗਲ ਵਿੱਚ ਪਾ। ਜੇ ਆ ਜਨੇਊ ਹੈ ਨਾ ਤੇਰੇ ਕੋਲ ਤਾਂ ਮੇਰੇ ਗਲ ਵਿੱਚ ਪਾ, ਨਹੀਂ ਤਾਂ ਪਤਾ ਕੀ ਹੋਣਾ, ਨਾ ਇਹ ਟੁੱਟਾ ਨਾ ਮਲ ਲੱਗਾ। ਜਿਹੜਾ ਜਨੇਊ ਤੂੰ ਪਾਉਣਾ ਹੈ ਨਾ ਉਹ ਟੁੱਟ ਵੀ ਜਾਣਾ ਹੈ, ਉਹਨੂੰ ਮੈਲ ਵੀ ਲੱਗਣੀ ਹੈ। ਪਰ ਆਹ ਜਿਹੜਾ ਜਨੇਊ ਹੈ ਨਾ ਗੁਣਾ ਰੂਪੀ, ਇਹਨਾਂ ਗੁਣਾ ਰੂਪੀ ਗੁਣਾ ਦੇ ਵਿੱਚੋਂ ਹੀ ਧਰਮ ਮੇਰਾ ਪੈਦਾ ਹੋਣਾ ਹੈ। ਧਰਮ ਤਾਂ ਪੈਦਾ ਹੋਣਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਸ ਨੂੰ ਵੀ ਉਪਦੇਸ਼ ਦਿੱਤਾ ਉਹਨੂੰ ਇਹ ਨਹੀਂ ਆਖਿਆ ਵੀ ਆ ਨਿਸ਼ਾਨੀਆਂ ਨੇ ਮੇਰੇ ਧਰਮ ਦੀਆਂ, ਤੂੰ ਆਹ ਪਹਿਨ ਕੇ ਤੂੰ ਧਰਮੀ ਬਣ ਜਾਣਾ। ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਦਾ ਘਰ, ਗੁਰੂ ਨਾਨਕ ਸਾਹਿਬ ਮਹਾਰਾਜ ਦਾ ਕਹਿ ਲਓ ਧਰਮ, ਗੁਰੂ ਨਾਨਕ ਸਾਹਿਬ ਜੀ ਦੀ ਮੱਤ ਜਿਹੜੀ ਹੈ ਨਾ ਉਹ ਗੁਣਾਂ ਨਾਲ ਭਰਪੂਰ ਹੈ ਤੇ ਬਾਬਾ ਗੁਣੀ ਦਿੰਦਾ ਹੈ। ਬਾਬਾ ਇਹ ਗੱਲ ਆਖਦਾ ਹੈ, ਹੇ ਮਨੁੱਖ ਜੇਕਰ ਗੁਣ ਅੰਦਰ ਹੈ ਤੇ ਤੂੰ ਧਰਮੀ ਹੈ, ਨਹੀਂ ਤੇ ਲਿਬਾਸ ਧਾਰਨ ਕਰਕੇ ਤੂੰ ਧਰਮੀ ਕਦੇ ਵੀ ਨਹੀਂ ਹੈ। ਸਾਨੂੰ ਵੀ ਸੋਚ ਲੈਣਾ ਚਾਹੀਦਾ ਕਿ ਬਾਬੇ ਨੇ ਇਕੱਲਾ ਪੰਡਤ ਨੂੰ ਥੋੜੀ ਆਖਿਆ, ਸਾਨੂੰ ਵੀ ਨਾਲ ਹੀ ਸਮਝਾਇਆ। ਮਹਾਰਾਜ ਅੱਗੇ ਆਖਦੇ ਕਹਿੰਦੇ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ। ਇਹ ਪੰਡਤ ਜੀ ਆਹ ਜਿਹੜਾ ਜਨੇਊ ਤੁਹਾਨੂੰ ਮੈਂ ਦੱਸਿਆ ਨਾ ਇਹ ਕਦੇ ਟੁੱਟਦਾ ਨਹੀਂ ਹੈ, ਕਦੇ ਇਸ ਨੂੰ ਮੈਲ ਨਹੀਂ ਲੱਗਦੀ, ਕਦੇ ਇਹ ਸੜ ਨਹੀਂ ਦੇ ਸਕਦਾ। ਇਹ ਸਦਾ ਆਤਮਾ ਦੇ ਨਾਲ ਰਹਿੰਦਾ ਹੈ, ਸਦਾ ਅੰਦਰ ਟਿਕਿਆ ਰਹਿੰਦਾ। ਇਹ ਹੈ ਵੀ ਜਿਹੜਾ ਇਸ ਨੂੰ ਧਾਰਨ ਕਰ ਲੈਂਦਾ ਹੈ ਉਹਦਾ ਆਚਰਣ ਸਦਾ ਉੱਚਾ ਰਹਿੰਦਾ ਹੈ, ਉਹਦੇ ਇੰਦਰੀ ਸਦਾ ਵਿਕਾਰਾਂ ਵੱਲੋਂ ਮੁੜੇ ਰਹਿੰਦੇ ਨੇ। ਮਾਇਆ ਰੂਪੀ ਸੰਸਾਰਿਕ ਮਾਇਆ ਰੂਪੀ ਪ੍ਰਭਾਵ ਕਦੇ ਨਹੀਂ ਪੈਂਦਾ। ਤੇ ਬਾਬੇ ਨੇ ਅੱਗੇ ਨਾਲ ਸਮਝਾਇਆ, ਕਹਿਣ ਲੱਗੇ, ਧੰਨ ਸੁਮਾਨਸ ਨਾਨਕਾ। ਇਹ ਨਾਨਕ ਉਹ ਬੰਦੇ ਧੰਨ ਨੇ, ਉਹ ਮਨੁੱਖ ਧੰਨ ਨੇ ਜਿਨ੍ਹਾਂ ਨੇ ਐਸਾ ਗੁਣਾ ਰੂਪੀ ਜਨੇਊ ਧਾਰਨ ਕਰਕੇ ਧਰਮ ਬਣਾਇਆ ਹੈ, ਧਰਮੀ ਬਣੇ ਨੇ। ਧੰਨ ਸੁਮਾਨਸ ਨਾਨਕਾ, ਜੋ ਗਲ ਚੱਲੇ ਪਾਏ, ਜਿਨ੍ਹਾਂ ਨੇ ਆਪਣੇ ਗਲ ਵਿੱਚ ਗੁਣਾ ਰੂਪੀ ਜਨੇਊ ਜਿਹੜਾ ਧਾਰਨ ਕੀਤਾ ਹੈ। ਤੇ ਅਸੀਂ ਇਹ ਵੀ ਕਹਿ ਸਕਦੇ ਨਾ, ਅਸਲ ਵਿੱਚ ਧੰਨ ਉਹ ਨੇ ਹੇ ਨਾਨਕ ਜਿਨ੍ਹਾਂ ਨੇ ਗੁਣਾ ਰੂਪੀ ਸਿੱਖੀ ਨੂੰ ਆਪਣੇ ਗਲ ਵਿੱਚ ਪਾਇਆ। ਮੈਂ ਕਹਿੰਦਾ ਆਖਾਂ ਵੀ ਮੈਂ ਕਿਰਪਾਨ ਨੂੰ ਦੀ ਵੱਡੀ ਪਾ ਲਈ, ਸੋਹਣੀ ਪੱਗ ਬੰਨ ਲਈ, ਸੋਹਣਾ ਦਮਾਲਾ ਬੰਨ ਲਿਆ, ਉੱਪਰ ਚੱਕਰ ਲਾ ਲਏ ਤੇ ਮੈਂ ਆਖਾਂ ਮੈਂ ਸਿੱਖ ਹਾਂ। ਵੀ ਕੱਲਾ ਬਾਣੇ ਨਾਲ ਹੀ ਸਿੱਖ ਥੋੜਾ ਨਹੀਂ, ਕੱਲਾ ਬਾਣੇ ਨਾਲ ਸਿੱਖੀ ਥੋੜੀ ਹੈ। ਮੇਰਾ ਧਰਮ ਤਾਂ ਪ੍ਰਫੁੱਲਤ ਹੋਣਾ ਜੇ ਮੇਰੇ ਅੰਦਰ ਸਿੱਖੀ ਸਿੱਖਿਆ ਗੁਣ ਵਿਚਾਰ, ਗੁਰੂ ਦੇ ਗੁਣਾਂ ਦੀ ਵਿਚਾਰ, ਗੁਰੂ ਦੇ ਗੁਣ ਮੇਰੇ ਅੰਦਰ ਹੋਣਾ। ਸਿੱਖ ਤਾਂ, ਧਰਮ ਹੈ ਤਾਂ, ਧਰਮੀ ਤਾਂ। ਮਹਾਰਾਜ ਅੱਗੇ ਆਖਦੇ ਨੇ, ਕਹਿੰਦੇ ਉਹ ਬੰਦੇ ਧੰਨ ਨੇ ਜਿਨ੍ਹਾਂ ਨੇ ਐਸਾ ਜਨੇਊ ਧਾਰਨ ਕੀਤਾ ਹੈ। ਨਹੀਂ ਕਿ ਪੰਡਤ ਜੀ ਜਿਹੜਾ ਜਨੇਊ ਤੁਹਾਡਾ ਹੈ ਨਾ ਉਹ ਜਨੇਊ ਜਿਹੜਾ ਹੈ ਨਾ ਉਹ ਖਰੀਦਿਆ ਹੋਇਆ ਵਿਕਿਆ ਹੋਇਆ ਹੈ। ਤੇ ਜਿਹੜਾ ਧਰਮ ਖਰੀਦਿਆ ਜਾਂਦਾ ਹੋਵੇ, ਜਿਹੜਾ ਧਰਮ ਵਿਕਦਾ ਹੋਵੇ, ਉਹ ਕਦੇ ਧਰਮ ਨਹੀਂ ਹੁੰਦਾ। ਉਹ ਕਦੇ ਧਰਮ ਖਰੀਦਿਆ ਨਹੀਂ ਜਾ ਸਕਦਾ ਜੀ, ਧਰਮ ਨਾ ਵੇਚਿਆ ਜਾ ਸਕਦਾ। ਤੇ ਜਿਹਨੇ ਖਰੀਦਿਆ ਹੈ ਉਹ ਵੀ ਧਰਮੀ ਨਹੀਂ ਹੋ ਸਕਦਾ, ਤੇ ਜਿਹਨੇ ਧਰਮ ਨੂੰ ਵੇਚਿਆ ਹੈ, ਜਿਹੜਾ ਧਰਮੀ ਅਖਬਾਰ ਆ, ਉਹ ਵੀ ਧਰਮੀ ਨਹੀਂ ਹੈ। ਤੇ ਜਿਹੜੀਆਂ ਚੀਜ਼ਾਂ ਤੁਸੀਂ ਮੇਰੇ ਗੱਲ ਵਿੱਚ ਪਾਉਣੀਆਂ ਨੇ ਨਾ,
ਬਾਬੇ ਨੇ ਆਖਿਆ ਉੱਤੇ 4 ਕੌਡੀਆਂ ਦਾ ਤੁਸੀਂ ਲੈ ਕੇ ਆਇਓ। ਚੌਂਕੜ ਮੁੱਲ ਅਨਾਇਆ ਬਹਿ ਚੌਂਕੇ ਪਾਇਆ। 4 ਕੌਡੀਆਂ ਦਾ ਲਿਆ ਕੇ ਜਨੇਊ ਤੁਸੀਂ ਉਹ ਚੌਂਕੇ ਵਿੱਚ ਬਹਿ ਕੇ, ਸਾਡੇ ਘਰ ਦੇ ਚੌਂਕੇ ਵਿੱਚ ਬਹਿ ਕੇ ਤੁਸੀਂ ਮੇਰੇ ਖਲ ਪਾ ਰਹੇ ਹੋ ਤੇ ਸਿੱਖਾਂ ਕੰਨ ਚੜਾਈਆਂ ਤੇ ਆਪਣੇ ਜਜ਼ਮਾਨਾਂ ਦੇ ਕੰਨ ਦੇ ਵਿੱਚ ਜਨੇਊ ਪਵਾਉਣ ਵਾਲੇ ਦੇ ਗਲ ਕੰਨ ਦੇ ਵਿੱਚ ਤੁਸੀਂ ਇਹ ਗੱਲ ਆਖਦੇ ਹੋ, ਸਿੱਖਿਆ ਦਿੰਦੇ ਹੋ ਵੀ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੈ। ਸਿੱਖਾਂ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ। ਆਖ ਦਿੱਤਾ ਕਿ ਹੇ ਜਜ਼ਮਾਨ, ਹੇ ਮੇਰੇ ਸੇਵਕ, ਹੇ ਮੇਰੇ ਦਾਸ, ਅੱਜ ਤੋਂ ਤੇਰਾ ਗੁਰੂ ਕੌਣ ਹੈ? ਬ੍ਰਾਹਮਣ ਹੈ। ਤੇਰਾ ਜਿਉਣਾ ਵੀ ਬ੍ਰਾਹਮਣ ਦੇ ਹੱਥ ਹੈ ਤੇ ਤੇਰਾ ਮੰਨਣਾ ਵੀ ਬ੍ਰਾਹਮਣ ਦੇ ਹੱਥ ਹੈ। ਤੇਰਾ ਗੁਰੂ ਅੱਜ ਤੋਂ ਮੈਂ ਹੋਇਆ ਨਾ, ਤੇ ਅੱਜ ਸੱਚ ਇਦਾਂ ਹੀ ਹੋ ਰਿਹਾ ਨਾ। ਜੇ ਕਿਸੇ ਨੇ ਆਪਣੀ ਧੀ ਪੁੱਤ ਦਾ ਵਿਆਹ ਕਰਨਾ ਤੇ ਉਹ ਸਿੱਧਾ ਬ੍ਰਾਹਮਣ ਜੀ ਕੋਲ ਜਾਂਦਾ, ਪੱਤਰੀ ਵਾਚੋ ਜੀ, ਸਾਨੂੰ ਦੱਸੋ, ਖੋਲੋ ਆਪਣੀ ਕਿਤਾਬ ਤੇ ਸਾਨੂੰ ਦੱਸੋ ਪੱਤਰੀ ਵਾਚ ਕੇ ਕਿ ਕਿਹੜਾ ਦਿਨ ਜਿਹੜਾ ਉਹ ਸ਼ੁਭ ਹੋਏਗਾ ਤੇ ਕਿਹੜਾ ਅਸ਼ੁਭ ਹੋਏਗਾ, ਕਿਹੜੀ ਡੇਟ ਸਹੀ ਰਹੇਗੀ ਕਿਹੜੀ ਨਹੀਂ ਰਹੇਗੀ, ਸਾਨੂੰ ਦੱਸੋ। ਅਸੀਂ ਉਹ ਡੇਟ ਜਿਹੜੀ ਹੈ ਅਸੀਂ ਫਿਕਸ ਕਰੀਏ ਵਿਆਹ ਦੀ। ਸਤਿਗੁਰੂ ਜੀ ਨੇ ਆਖਿਆ, ਹੇ ਬ੍ਰਾਹਮਣ ਜੀ, ਤੁਸੀਂ ਆ ਵੀ ਆਪਣੇ ਜਜ਼ਮਾਨਾਂ ਦੇ ਕੰਨ ਵਿੱਚ ਕਹਿ ਦਿੱਤਾ ਕਿ ਅੱਜ ਤੋਂ ਗੁਰੂ ਤੇਰਾ ਮੈਂ ਹਾਂ। ਸਤਿਗੁਰੂ ਜੀ ਕਹਿਣ ਲੱਗੇ, ਉਹ ਮੂਆ ਉਹ ਝੜ ਪਿਆ, ਜਿਹੜਾ ਤੁਸੀਂ ਜਨੇਊ ਖਲ ਵਿੱਚ ਪਾਇਆ ਨਾ, ਖਰੀਦਿਆ ਹੋਇਆ, ਝੜ ਗਿਆ, ਉਹ ਝੜ ਗਿਆ, ਉਹ ਲੱਗ ਗਿਆ। ਸਮਾਂ ਆਇਆ, ਸਮਾਂ ਗੁਜ਼ਰਦਾ ਗਿਆ, ਜਜ਼ਮਾਨ ਚਲਾ ਗਿਆ ਇਸ ਸੰਸਾਰ ਦੇ ਵਿੱਚੋਂ ਤੇ ਜਨੇਊ ਇੱਥੇ ਹੀ ਰਹਿ ਗਿਆ, ਸੜ ਗਿਆ, ਉਹ ਝੜ ਪਿਆ, ਬੇਤਗਾ ਗਿਆ, ਜਨੇਊ ਤੋਂ ਬਿਨਾਂ ਹੀ ਜਾਣਾ ਪਿਆ। ਆਓ ਅਗਲੇ ਦੇ ਸ਼ਲੋਕ ਅੰਦਰ ਸਤਿਗੁਰੂ ਜੀ ਨੇ ਜੋ ਉਪਦੇਸ਼ ਦਿੱਤਾ, ਪਹਿਲਾਂ ਬੜੇ ਪਿਆਰ ਨਾਲ ਕੀਰਤਨ ਰੂਪ ਦੇ ਵਿੱਚ ਭਾਈ ਸਾਹਿਬ ਦੇ ਪਾਸੋਂ ਸਰਵਣ ਕਰੀਏ, ਫਿਰ ਆਪਾਂ ਵਿਚਾਰਨ ਦਾ ਯਤਨ ਕਰਦੇ। ਮਹਲਾ ਪਹਿਲਾ। ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਕੁੜੀਆਂ ਲੱਖ ਗਾਂ, ਠਾਕ ਮੈਂ ਲੱਖ ਠਗੀਆਂ ਮਹਿਮਾਨੀਆਂ, ਰਾਤ ਦਿਨ ਸਦੀਨਾ ਕਰ ਕਪਾਹੋ ਗਈ ਹੈ, ਬਾਮਣ ਵਟਿਆ ਉਹੀ ਬਕਰ ਦਿਲ ਖਾਇਆ, ਸਭ ਕੋ ਆਖੇ ਪਾਈ, ਹੋਏ ਪੁਰਾਣਾ ਸੁਖੀਏ ਪੀ ਫਿਰ ਪਾਈਏ ਹੋ, ਨਾਨਕ ਤਬ ਬਿਨਾ ਇਹ ਤਦ ਹੋਵੇ ਜੋ। ਗੁਰੂ ਸਾਹਿਬ ਜੀ ਨੇ ਬੜੇ ਪਿਆਰ ਨਾਲ ਆਖਿਆ, ਕਹਿੰਦੇ ਪੰਡਤ ਜੀ, ਜਿਹੜਾ ਜਨੇਊ ਪਾਇਆ ਤੇ ਜਨੇਊ ਪਾ ਕੇ ਚੋਰੀਆਂ ਕਰਨੀਆਂ ਛੱਡ ਦਿੱਤੀਆਂ, ਚੋਰੀਆਂ ਕਰਨੀਆਂ ਛੱਡ ਦਿੱਤੀਆਂ। ਚੇਤਾ ਰੱਖਿਓ ਕਿ ਕੱਲਾ ਬ੍ਰਾਹਮਣ ਨੂੰ ਨਹੀਂ ਕਹਿ ਰਹੇ ਸਤਿਗੁਰੂ ਜੀ, ਪਹਿਲਾਂ ਵੀ ਅਰਜ਼ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਧੁਰ ਧਿਰ ਨੂੰ ਥੋੜੀ ਸਿੱਖਿਆ ਦੇ ਰਹੀ ਹੈ। ਜਿਹੜੀ ਸਿੱਖਿਆ ਸਤਿਗੁਰੂ ਜੀ ਨੇ ਉਸ ਟਾਈਮ ਤੇ ਬ੍ਰਾਹਮਣ ਨੂੰ ਦਿੱਤੀ ਹੈ, ਉਹ ਸਿੱਖਿਆ ਸਾਨੂੰ ਵੀ ਸਤਿਗੁਰੂ ਜੀ ਦੇ ਰਹੇ ਨੇ। ਜੇ ਕਿਰਪਾਨਾਂ ਪਾ ਕੇ ਚੋਰੀਆਂ ਕਰਦੇ ਹਾਂ ਤੇ ਸੇਮ ਅਸੀਂ ਉਹ ਬ੍ਰਾਹਮਣ ਵਾਲੀ ਲਾਈਨ ਦੇ ਵਿੱਚ ਖੜੇ ਹੋਏ ਹਾਂ, ਸੇਮ ਉੱਥੇ ਖੜੇ ਹੋਏ ਅਸੀਂ। ਮਹਾਰਾਜ ਕਹਿੰਦੇ ਨੇ, ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਕੂੜੀਆਂ ਲੱਖ ਗਾਲ। ਮੈਨੂੰ ਦੱਸਿਓ ਜ਼ਰਾ ਵੀ ਆਹ ਧਰਮ ਦੇ ਚਿੰਨ੍ਹ ਪਾ ਕੇ ਆ ਸਾਰਾ ਕੁਝ ਕਰਨਾ ਛੱਡ ਦਿੱਤਾ, ਲੱਖਾਂ ਚੋਰੀਆਂ ਕੀਤੀਆਂ ਨੇ, ਲੱਖਾਂ ਯਾਰੀਆਂ ਦਾ ਰਿਸ਼ਤਾ ਹੈ, ਪਰਾਈ ਇਸਤਰੀਆਂ ਦਾ ਗਮਨ। ਕਹਿੰਦੇ ਇਸਤਰੀਆਂ ਤੱਕਣੋਂ ਹਟ ਗਈਆਂ ਅੱਖਾਂ, ਲੱਖ ਚੋਰੀਆਂ ਲੱਖ ਯਾਰੀਆਂ, ਲੱਖ ਕੂੜੀਆਂ ਲੱਖ ਗਾਲ, ਲੱਖਾਂ ਹੀ ਝੂਠ ਫਰੇਬ ਕੀਤੇ, ਲੱਖਾਂ ਹੀ ਗਾਲਾਂ ਕੱਢੀਆਂ।
लो जी फिर मैं अर्ज करा भी कला पंडित जी नूं उस समय एक पंडित जी नूं थोड़ी किया, साडे वर्गियां नूं भी आख्या। ते जे अज देखिए माफ करिया जे जदों एक धार्मिक लाना तुसी आप चेक कर सकते हो, देख सकते हो अपनी अखां नाल। कईयां ने हंडाया होएगा कि जदों कुर्सियां की खातर गुरु घरां दे अंदर पग्गां लगदियां ने, गाली गलोच हुंदा है, उदों असीं किन्हां दी कतार विच खड़े होए हां। लख चोरियां, लख जारियां, लख कूड़ियां, लख गाल, मार्ग कहते अजे भी नहीं हटे। लख ठगियां पहनावियां, लखां ही ठगियां मारियां। कि कई रुक गए कि कृपाना का कृपा के नहीं रुक जाना चाहिए सी। जनेऊ पा के भी रुक जाना चाहिए सीगा, सुनत करा के भी रुक जाना चाहिए सी, कृपान पा के भी रुक जाना चाहिए सी कि हुण ठगियां नहीं मारनियां, धर्म के नाम से ठगी नहीं मारनी। मैं बंदा हाँ, मैं मनुख हाँ, मनुख होके मैं ठगी नहीं मारनी, दुनिया में नहीं मारनी। लख ठगियां पहनावियां, ये सतगुरु जी कह लगे अमानत करन लगियां भी खयानत की बंदी, अमानत दे विच भी खयानत की है। रात दिन सजी नाल, दिन रात सारा कुछ करता रहा, दिन रात गालां कढ़दा रहा, दिन रात ठगियां मारदा रहा, दिन रात चोरियां करदा रहा। मैं कई बार अर्ज की है भी वेखो गुरु घरां दे विच हरेक जगह ते आपां देख सकते, हरेक जगह ते गुरु घरां दे विच भाई धार्मिक स्थान दे विच कैमरियां की की जरूरत पैंदी है। भी बंदा इन्ना गिर चुका है भी आपां देखिए भी धर्म स्थान भी इन्हें नहीं छड्डिया। मतलब धार्मिक स्थान जिहड़ा है उत्थों भी चोरी का खतरा, चोरी का करके की लग गया, कैमरे लग गए। हरेक धार्मिक स्थान दे विच एक दूजे ते शक, असल में चोरी करके नहीं शक करके लगे, ये डरदियां होया कि तुसी इंज करो कैमरे ला दिओ, पता लग जाएगा हरेक जगह ते। ते मैं अर्ज करिया करदा चोर नूं कैमरियां नहीं फड़िया जा सकदा, ठग नूं किवें फड़ोगे, ठग नूं किवें फड़ोगे? उस ठग ने तां तुहाडे अगे बह के ठगी मार जानी है। ठग बंदा अगे बह के ठगी मार के चला जाता, नहीं पता लगता। बाद में बंदा कहता लै मैं तो जब ठगिया गया, मैं फलानी दुकान से गया उतों आ कुछ खरीदिया, अच्छा तू इन्ने का लिया, मैं इन्ने का, मैं ठगिया गया। ठग बंदा अगे सामने बह के ठगदा, कैमरे नहीं फड़ सकते। धार्मिक बंदे धर्म के लिबास पहन के ठगियां भी मारते हैं। बाबे ने आख्या, सतगुरु जी कह लगे दिन रात मारते ने, कहते तद कपाहू कतीया ब्राह्मण वटे आई। हे ब्राह्मण जी आ तुसी कपाह दा वट चाड़ के कपाह दा तुसी एक सूत बना के, एक जनेऊ बना के गल विच पा दिंदे हो, पर आ सारा कुछ नहीं, ये सारा कुछ लख ठगियां पहनावियां जिहड़ियां ना गुणां नाल दूर होणीਆਂ ने, धार्मिक चिन्हां नाल नहीं। धार्मिक चिन्हां नाल बंदा कदे भी अपने अवगुण नहीं छड्ड सकदा, गुणां नाल ये अवगुण छड्डे जाने ने। गुरबाणी ने आप आख्या, पुकार के आख्या, गुणा सांझ करीजै गुनाह केरी, छोड़ अवगुण चलिए। चिन्हां नाल नहीं किया, गुणां नाल किया। बंदिया गुणां नाल सांझ पा ते अवगुण छड्डे जाणगे। सतगुरु जी अगे कह लगे तग कपाहू कती है बामण वट्टे आए, ते पाउण लगिया जनेऊ की कीता, कहते उस समय अंदर कोह बकरा रिन खाया, कोह बकरा रिन खाया, सबको आखे पाए। पहला रिश्तेदार साग संबंधियों नूं बकरा मार के उहदा मीट जिहड़ा है वो रिन्निया गया, चौखे विच बह के पाया ना। पहला आ सारा भोजन तैयार किया, फिर खवा के
गल विच जनेऊ पा के सारिਆਂ ने आख्या इन्हें धर्म नूं धारण कर लिया है, धर्मी हो गया। कोह बकरा ने खाया सबको आखे पाए, महाराज इहदे होए पुराना सुटिया। जदों ये जनेऊ पुराना हो गया तो ला दिता, फिर नवा पा लिया। महाराज कह लगे होए पुराना सुटिया भी फिर पाइए होर, दूजा फिर जनेऊ धारण करना पिया। नानक तग न टुटाई जे तग होवे जोर, हे नानक जनेऊ ते ओ चंगा ना जिहदे विच बल भी होवे। जिस जनेऊ विच बल होवे, जिहड़ा जनेऊ टुटे ही ना। हाँ बाबे ने पहला आख दिता आ दया कपाह संतोख सूद जत गंढी सत वट वाला जिहड़ा जनेऊ है ना, इहदे विच बड़ा जोर है, बड़ा बल है, बड़ी ताकत है, बड़ी पावर है, ये कदे टुटदा नहीं। पर आ जिहड़ा जनेऊ पाया होया ना, ये टुट जाना है यार, मैनू फिर धारण करना पैना, मैनू फिर ये सारे चिन्ह धारण करने पैने। आओ गुनाह नूं धारण करके आपां धर्मी होइए। अगला श्लोक सरल करिए। महला पहला नाय मनिए पत उपजे सगाही सतगुरु। मैं ऐसा जनेऊ जिहड़ा ना वो पाउणा वा, जिस जनेऊ दे नाल सदा ही मेरी इज्जत बनी रहे। ते वो जनेऊ जिहड़ा नाए मन्निया है। आ बाबे ने जिहड़ा दस्सिया ना कि दया कपाह संतोख सुख वाला, ये जिहड़ा नाम जिहड़ा गुणा रूपी जनेऊ है ना, इहनूं मन लेना। नाए मन्ने गुरु दे बचन नूं मनना, गुरु दे बचन नूं पढ़ के सुन के मन लेना। गुरु दे बचन नूं जदों मैं मन्निया है, नाए मन्निया पत उपजै सा लाही सच सूत, उच्चा आचरण करके सदा रब की सिफत सलाह की है। आ जनेऊ मैं धारण कर लिया, सदा इज्जत बनी रही। दरगह अंदर पाइए ताकन टूट सपूत। रबी दरगाह दे विच भी मैनू इज्जत मिली है, मैनू मेरे घर विच भी इज्जत मिली है, ते बाहर भी मैनू इज्जत मिली है। रबी दरगाह गुरु घर अंदर भी मैनू इज्जत मिली है। सतगुरु जी कह लगे दरगह अंदर पाइए तग ना टूटस फूट। ये भाई हुण आ जिहड़ा ना पत वाला गुणा वाला जिहड़ा जनेऊ है, ये कदे टुटेगा। आओ अगले श्लोक नाल आपां जुड़न दा सतन करिए। महला पहला तक न इंद्री तक न नारी, भड़के चुप पवे पछाड़ी। तक न पैरी तक न हथी, तक न जेवा लग बैठी। एका दया पे वंदे भक्ता के अमरा तत्वे। लै भाल करे राहो भटका गुर दसे राहो। सुने तो लोकाए रोगना मन मार्ग आखन लगे, हे पंडित जी, ये ब्राह्मण जी, देखो आ जिहड़ा तुहाडा जनेऊ है ना, ये मेरिया इंद्रियां नूं भी रोक नहीं सकिया। रोक सकिया तुहाडियां इंद्रियां नूं? इंद्रियां नूं रोक सकिया भी ये विकारां वल ना जांदियां भी। गुणां नूं धारण कीता हुंदा ते इन्हां इंद्रियां ने विकारां तो बचिया रहना सी। तग ना इंद्री तग ना नारी, इन्हां अखां ने पराई इस्त्री भी देखिया, पराई धन भी देखिया, पराई धन भी देखिया। भलके थुक पवे नित दाड़ी। सच यह है कि जो गुण नहीं धारण किए, केवल कले चिन्ह धारण किए ने, सदा बेइज्जती हुई, सदा बेइज्जती हुई। भलके थुक पवे नित दाड़ी। अज बुराई की है चिन्ह धारण करके, अगले ने आख्या
ਆ ਜਿਹੜੇ ਚਿੰਨਾਂ ਵਾਲਾ ਬੰਦਾ ਨਾ ਫਲਾਣੇ ਧਰਮ ਦਾ, ਉਂਗਲੀ ਕੀਤੀ ਉਹਨਾਂ ਨੇ, ਬੇਇੱਜ਼ਤੀ ਕੀਤੀ, ਇੱਕ ਦੀ ਨਹੀਂ ਹੋਈ, ਸਾਰਿਆਂ ਦੀ ਬੇਇੱਜ਼ਤੀ ਹੋਈ। ਉਹਨਾਂ ਆਖਿਆ ਨਾ ਵੀ ਇਹ ਫਲਾਣੇ ਧਰਮ ਦਾ। ਮੀਡੀਆ ਤੇ ਆਪਾਂ ਦੇਖ ਸਕਦੇ ਹਾਂ ਵੀ ਅੱਜ ਜੇ ਕਿਸੇ ਧਰਮ ਨੂੰ ਬਦਨਾਮ ਕਰਨਾ ਹੈ ਨਾ, ਮੀਡੀਆ ਵਾਰ-ਵਾਰ ਵੱਡੀਆਂ ਖਬਰਾਂ ਲਾ ਕੇ ਉਹ ਉਜਾਗਰ ਨਹੀਂ ਕਰ ਰਿਹਾ। ਕੱਲ ਪੁਲਿਸ ਦੀ ਆਪਾਂ ਗੱਲ ਦੇਖ ਸਕਦੇ ਵੀ ਇੱਕ ਉਹ ਫਲਾਣੇ ਧਰਮ ਦਾ ਬੰਦਾ ਹੈ ਕਿ ਜਿਹੜਾ ਇੱਕ SHO ਨੂੰ ਆਪਣੀ ਗੱਡੀ ਦੇ ਵਿੱਚ ਹੀ ਘੜੀਸ ਕੇ ਲੈ ਕੇ ਗਿਆ, ਬੁੰਡ ਦੇ ਉੱਪਰ ਹੀ ਲੈ ਕੇ ਗਿਆ ਚਲਾਉਂਦਾ ਹੋਇਆ। ਪਰ ਉਹਦੀ ਖਬਰ ਇੱਕ ਹੀ ਮੀਡੀਆ ਨੇ, ਇੱਕ ਹੀ ਚੈਨਲ ਵਾਲਿਆਂ ਨੇ ਹੋਰ ਹਿਸਾਬ ਨਾਲ ਲਈ ਹੈ। ਤੇ ਜੇ ਇੱਕ ਸਿੱਖ ਤਰਨਤਾਰਨ ਦੇ ਵਿੱਚ ਕੋਈ ਉਹਨਾਂ ਦਾ ਆਪਸੀ ਪੁਲਿਸ ਵਾਲਿਆਂ ਦੇ ਨਾਲ ਝਗੜਾ ਹੋਇਆ ਤੇ ਉਹ ਉਜਾਗਰ ਕਰ ਦਿੱਤਾ ਗਿਆ। ਇਹ ਸਿੱਖ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਕਿ ਕੱਲੇ ਚਿੰਨ੍ਹ ਧਾਰਨ ਕਰਨ ਨਾਲ ਬੰਦਾ ਧਰਮੀ ਨਹੀਂ ਹੈ। ਚਿੰਨ੍ਹ ਧਾਰਨ ਕਰਨ ਨਾਲ, ਕਿਰਪਾਨਾਂ ਗਾਗਰੇ ਤੇ ਚਿੱਟੀਆਂ ਪੱਗਾਂ ਬੰਨ੍ਹ ਕੇ, ਨੀਲੀਆਂ ਪੱਗਾਂ ਬੰਨ੍ਹ ਕੇ ਮੈਂ ਆਖਾਂ ਵੀ ਮੈਂ ਧਰਮੀ ਹੋ ਗਿਆ, ਕਹਿੰਦੇ ਨਾ ਯਾਰ। ਗੁਣ ਹੈ ਤੇ ਤੂੰ ਧਰਮੀ ਹੈ, ਗੁਣ ਨਹੀਂ ਹੈ ਤੇ ਚਿੰਨ੍ਹ ਭਾਵੇਂ ਸਾਰੇ ਜਹਾਨ ਦੇ ਪਾ ਲੈ, ਤੂੰ ਧਰਮੀ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਵੀ ਦੱਸੋ ਹੇ ਪੰਡਤ ਜੀ, ਜਿਹੜਾ ਜਨੇਊ ਤੁਸੀਂ ਪਾਇਆ ਨਾ, ਇਸ ਜਨੇਊ ਚਿੰਨ੍ਹਾਂ ਦੇ ਨਾਲ ਭਾਵੇਂ ਕਿਸੇ ਵੀ ਧਰਮ ਦੇ ਨੇ, ਉਹ ਬੇਇੱਜ਼ਤੀ ਹੋਈ ਹੈ, ਬੁਰਿਆਈ ਕੀਤੀ ਆ। ਕਹਿੰਦੇ ਤੱਕ ਨਾ ਪੈਰੀ, ਆਪਣੇ ਪੈਰਾਂ ਨੂੰ ਵੀ ਮੈਂ ਜਿਹੜਾ ਜਨੇਊ ਪਾਇਆ ਨਾ, ਇਹ ਪੈਰ ਵੀ ਹੁਣ ਨਾ ਜਨੇਊ ਪਾਉਣ ਦੇ ਨਾਲ ਮੈਨੂੰ ਬੁਰੇ ਪਾਸੇ ਜਾਣ ਤੋਂ ਰੋਕ ਨਹੀਂ ਸਕੇ, ਬੁਰੇ ਪਾਸੇ ਜਾਣ ਤੋਂ ਰੋਕ ਨਹੀਂ ਸਕੇ। ਚਿੰਨ੍ਹ ਧਾਰਨ ਕਰਨ ਦੇ ਨਾਲ ਬੁਰਾਈ ਨਹੀਂ ਛੱਡੀ ਗਈ। ਤੱਕ ਨਾ ਪੈਰੀ, ਤੱਕ ਨਾ ਹੱਥੀ, ਇਹ ਵੀ ਨਹੀਂ ਰੁਕਿਆ। ਆ ਹੱਥ ਵੀ ਜਿਹੜੇ ਨੇ ਉਹ ਕੁਕਰਮ ਕਰਨ, ਠੱਗੀਆਂ ਮਾਰਨ, ਚੋਰੀਆਂ ਕਰਨ ਲੱਗ ਪਏ ਨੇ, ਇਹ ਵੀ ਨਹੀਂ ਰੁਕੇ। ਗੁਣ ਹੁੰਦੇ ਤੇ ਇਹਨਾਂ ਹੱਥਾਂ ਨੇ ਵੀ ਰੁਕ ਜਾਣਾ ਸੀਗਾ। ਕਹਿੰਦੇ ਤੱਕ ਨਾ ਜਿਹਵਾ, ਤੱਕ ਨਾ ਅੱਖੀ, ਜ਼ੁਬਾਨ ਵੀ ਲਾਲਚ ਵਿੱਚ ਆ ਕੇ ਝੂਠ ਬੋਲ ਰਹੀ ਹੈ। ਇਹ ਵੀ ਉਹਨਾਂ ਲੋਕਾਂ ਦਾ ਪੱਖ ਹੋ ਰਹੀ ਹੈ ਜਿਹੜੇ ਸਚਿਆਰੇ ਨਹੀਂ। ਜ਼ੁਬਾਨ ਵੀ ਹੁਣ ਰਾਜਗਦੀਆਂ ਦਾ ਕਰਕੇ, ਮਾਇਆ ਦਾ ਕਰਕੇ ਉਹਨਾਂ ਦਾ ਪੱਖ ਹੋ ਰਹੀ ਹੈ ਜਿਹੜੇ ਕੂੜੇ ਨੇ, ਜਿਹੜੇ ਝੂਠੇ ਨੇ। ਇਹ ਵੀ ਸੱਚ ਨਹੀਂ ਬੋਲ ਰਹੀ। ਤੱਕ ਨਾ ਜਿਹਵਾ, ਤੱਕ ਨਾ ਅੱਖੀ, ਆਹ ਅੱਖਾਂ ਵੀ ਜਿਹੜੀਆਂ ਨਹੀਂ ਰੁਕੀਆਂ ਚਿੰਨ੍ਹ ਧਾਰਨ ਕੀਤਿਆਂ, ਇਹ ਵੀ ਵਿਕਾਰ ਭੋਗ ਰਹੀਆਂ ਨੇ। ਵੇ ਤੱਗਾ ਆਪੇ ਵਤੈ, ਇਹ ਪੰਡਤ ਜੀ ਆਪ ਤੁਸੀਂ ਆ ਸਾਰੀਆਂ ਗੱਲਾਂ ਕਰਕੇ ਉਦਾਂ ਹੀ ਕਰੇ ਫਿਰਦੇ ਹੋ। ਵੱਟ ਧਾਗੇ ਅਵਰਾ ਧੱਤੇ, ਧਾਗਿਆਂ ਦਾ ਜਨੇਊ ਬਣਾ ਕੇ ਉਹ ਸਾਰਾ ਕੁਝ ਆਪਣੇ ਜਜ਼ਮਾਨ ਦੇ ਵਿੱਚ, ਗਲ ਦੇ ਵਿੱਚ ਪਾਉਂਦੇ ਹੋ, ਆਪ ਦੇ ਗਲ ਵਿੱਚ ਵੀ ਪਾਉਂਦੇ ਹੋ, ਪਰ ਕੱਲਾ ਚਿੰਨਾਂ ਨੇ ਕੁਝ ਨਹੀਂ ਸਵਾਰਨਾ। ਵੇ ਤੱਗਾ ਆਪੇ ਵਤੈ, ਵੱਟ ਧਾਗੇ ਅਵਰਾ ਧੱਤੈ, ਤੇ ਇਹ ਜਨੇਊ ਪਾ ਕੇ ਆਪਣੇ ਜਜ਼ਮਾਨ ਨੂੰ ਵੀ ਠੱਗ ਦਿਓ। ਆਹ ਗੱਲ ਬੜੀ ਸੋਹਣੀ ਬਾਬੇ ਨੇ ਆਖੀ ਹੈ। ਸਾਨੂੰ ਸਾਰਿਆਂ ਨੂੰ ਮੰਨ ਲੈਣੀ ਚਾਹੀਦੀ ਹੈ। ਸਾਨੂੰ ਵੀ ਦੇਖਣਾ ਚਾਹੀਦਾ ਵੀ ਅਸੀਂ ਆਹ ਕੰਮ ਅਸੀਂ ਤਾਂ ਨਹੀਂ ਕਰ ਰਹੇ। ਬਾਬੇ ਨੇ ਇੱਕ ਸਵਾਲ ਕੀਤਾ ਫਿਰ ਪੰਡਤ ਜੀ ਨੂੰ, ਕਹਿੰਦੇ ਉਹਨੂੰ ਧਰਮੀ ਬਣਾ ਕੇ ਪੰਡਤ ਜੀ ਫਿਰ ਲੁੱਟਿਆ ਆਪਣੇ ਜਜ਼ਮਾਨ ਨੂੰ, ਆਪਣੇ ਸੇਵਕ ਨੂੰ। ਲੈ ਭਾੜ ਕਰੇ ਵੀ ਆਹ, ਭਾੜ ਦਾ ਅਰਥ ਕੀ ਹੈ? ਭਾੜਾ ਲੈਣਾ। ਭਾੜ ਦਾ ਅਰਥ ਕੀ ਹੈ? ਭਾੜਾ। ਇੱਕ ਭੇਡਾ ਹੈ ਤੇ ਇੱਕ ਭਾੜਾ ਹੈ। ਇੱਕ ਭੇਡਾ ਹੈ, ਇੱਕ ਭਾੜਾ ਹੈ। ਹੁਣ ਗੁਰੂ ਸਾਹਿਬ ਜੀ ਨੇ ਵੀ ਆਪਣੇ ਸਿੱਖਾਂ ਨੂੰ ਆਖਿਆ ਸੀ, ਸਿੱਖੋ ਮੈਂ ਭਾੜਾ ਨਹੀਂ ਮੰਗਦਾ, ਮੈਂ ਭੇਟਾ ਮੰਗਦਾ। ਭੇਟਾ, ਗੁਰੂ ਨੇ ਭੇਟਾ ਮੰਗੀ। ਤੇ ਚੇਤਾ ਰੱਖਿਓ, ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਭੇਟਾ ਹੈ, ਭਾੜਾ ਨਹੀਂ। ਹਰੇਕ ਸਿੱਖ ਆਪਣੀ ਸਮਰੱਥਾ ਨਾਲ ਜਦੋਂ ਨਮਸਕਾਰ ਆ ਕੇ ਕਰਦਾ, ਉਹਨੂੰ ਪੁੱਛਿਆ ਥੋੜੀ ਜਾਂਦਾ ਵੀ ਇੱਥੇ ਇੰਨੀ ਨਿਸ਼ਚਿਤ ਕੀਤੀ ਹੋਈ ਭੇਟਾ ਵਾ। ਅਸੀਂ ਨਿਸ਼ਚਿਤ ਕਰ ਦਿੱਤੀ ਨਾ। ਸਾਡੇ ਉੱਚੇ ਧਰਮ ਸਥਾਨਾਂ ਤੋਂ ਲੈ ਕੇ ਹਰੇਕ ਧਾਰਮਿਕ ਅਦਾਰੇ ਦੇ ਵਿੱਚ
ਅਸੀਂ ਕੀ ਉਦਾਂ ਕਰ ਲਿਆ ਜਿਹੜੀ ਗੱਲ ਬਾਬੇ ਨੇ ਇੱਕ ਪੰਡਤ ਨੂੰ ਆਖੀ ਹੈ ਕਿ ਜੇ ਤੂੰ ਵਿਆਹ ਕਰਦਾ ਹੈ ਨਾ ਆਪਣੀ ਜਜ਼ਮਾਨ ਦੀ ਪੁੱਤਰੀ ਦਾ ਜਾਂ ਧੀ ਦਾ, ਭਾੜਾ ਨਹੀਂ ਲੈਂਦਾ ਤੂੰ? ਦੱਸ, ਭਾੜਾ ਲੈ ਕੇ ਤੂੰ ਆਖਦਾ ਹੈ ਵੀ ਇੰਨਾ ਸਾਡਾ ਫਿਕਸ ਕੀਤਾ ਹੋਇਆ ਤਾਂ ਹੋਣਾ। ਪੰਡਤ ਆਖਦਾ ਤਾਂ ਤੇਰੇ ਪੁੱਤ ਧੀ ਦਾ ਆਨੰਦ ਹੋਏਗਾ ਜੇਕਰ ਇੰਨੀ ਦਸ਼ਨਾ ਦੇਵਾਂਗੇ, ਨਿਸ਼ਚਿਤ ਕੀਤੀ ਹੋਈ। ਤੇ ਸਿੱਖੋ, ਸਾਨੂੰ ਵੀ ਤੇ ਸੋਚ ਲੈਣਾ ਚਾਹੀਦਾ ਨਾ ਵੀ ਅਸੀਂ ਆਪਣੀ ਸਿੱਖਾਂ ਦੇ ਧੀ ਪੁੱਤਾਂ ਦੇ ਵਿਆਹ ਕਰਨ ਲੱਗਿਆਂ ਨਿਸ਼ਚਿਤ ਨਹੀਂ ਕਰ ਦਿੱਤੇ ਗੁਰਦੁਆਰਿਆਂ ਦੇ ਅੰਦਰ ਭਾੜੇ। ਸਤਿਗੁਰੂ ਜੀ ਆਖਦੇ ਨੇ ਸਾਈ ਪੁੱਤਰੀ ਜਜਮਾਨ ਕੀ, ਜਿਵੇਂ ਤੇਰੀ ਪੁੱਤਰੀ ਹੈ ਜਜਮਾਨ ਦੀ ਪੁੱਤਰੀ ਵੀ ਤੇ ਪੁੱਤਰੀ ਹੈ ਨਾ ਯਾਰ, ਤੂੰ ਉਹਦੇ ਆਨੰਦ ਕਰਨ ਲੱਗਿਆਂ ਭਾੜਾ ਨਿਸ਼ਚਿਤ ਕੀਤਾ ਹੋਇਆ। ਜੇ ਪਾਠ ਕਰਾਉਣਾ ਇੰਨੀ ਭੇਟਾ, ਜੇ ਕੀਰਤਨ ਕਰਾਉਣਾ ਇੰਨੀ ਭੇਟਾ, ਜੇ ਕਥਾ ਕਰਾਉਣੀ ਇੰਨੀ ਭੇਟਾ, ਜੇ ਤੁਹਾਡੀ ਵਾਰਾਂ ਸੁਣਨੀਆਂ ਨੇ ਇੰਨੀ। ਗੁਰੂ ਨਾਨਕ ਸਾਹਿਬ ਦਾ ਧਰਮ ਮੁਕਾਊ ਥੋੜੀ ਹੈ ਯਾਰ, ਅਸੀਂ ਜਲੂਸ ਨਹੀਂ ਕੱਢ ਕੇ ਰੱਖ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ, ਕਹਿਣ ਲੱਗੇ ਭਾੜਾ ਨਹੀਂ ਭੇਟਾ। ਪਰ ਪੰਡਤ ਜੀ ਤੁਸੀਂ ਮੈਨੂੰ ਦੱਸੋ, ਲੈ ਭਾੜ ਕਰੇ ਵਿਆਹ ਕੱਢ ਕਾਗਲ ਦਸੇ ਰਾਹ। ਕਹਿੰਦੇ ਆਪਣੀ ਪੱਤਰੀ ਖੋਲ ਕੇ ਤੂੰ ਦੱਸਦਾ ਹੈ ਵੀ ਆਹ ਰਾਹ ਸਹੀ ਹੈ, ਆਹ ਦਿਨ ਤੁਸੀਂ ਆਪਣੇ ਪੁੱਤ ਧੀ ਦਾ ਵਿਆਹ ਕਰ ਲਓ, ਭੇਟਾ ਵੀ ਨਿਸ਼ਚਿਤ ਕਰ ਲੈਂਦਾ ਹੈ। ਸਤਿਗੁਰੂ ਜੀ ਕਹਿਣ ਲੱਗੇ ਸੁਣ ਵੇਖੋ ਲੋਕਾਂ ਇਹ ਵਿਡਾਨ, ਇਹ ਦੁਨੀਆ ਦੇ ਲੋਕੋ ਆ ਅਚਲ ਤਮਾਸ਼ਾ ਜਿਹੜਾ ਨਾ ਪੰਡਤ ਵਾਲਾ ਤੁਸੀਂ ਦੇਖੋ, ਧਰਮੀ ਅਖਵਾਉਣ ਵਾਲੇ ਲੋਕਾਂ ਦਾ ਆ ਅਸਲੀ ਚਿਹਰਾ ਹੈ। ਬਾਬੇ ਨੇ ਆਖਿਆ, ਕਹਿਣ ਲੱਗੇ ਮਨ ਅੰਧਾ ਨਾਉ ਸੁਜਾਨ, ਆਪਣੇ ਅੰਦਰੋਂ ਅਕਲ ਕਰਕੇ ਅੰਨਾ ਹੈ, ਮਨ ਕਰਕੇ ਅੰਨਾ ਹੈ, ਪਰ ਬਣਿਆ ਸਭ ਤੋਂ ਵੱਡਾ ਸਿਆਣਾ ਫਿਰਦਾ। ਕਹਿੰਦਾ ਮੈਂ ਸਿਆਣਾ ਹਾਂ, ਬਾਕੀ ਸਾਰੇ ਕਮਲੇ ਨੇ। ਧਰਮੀ ਅਖਵਾਉਣ ਵਾਲੇ ਬੰਦੇ ਸਿਆਣੇ, ਪਰ ਸਤਿਗੁਰੂ ਜੀ ਕਹਿੰਦੇ ਅੰਦਰੋਂ ਅੰਨੇ ਨੇ, ਅੰਨੇ। ਜਿੱਦਾਂ ਕਹਿੰਦੇ ਨਾ ਅਕਲ ਤੋਂ ਅੰਨੇ ਨੇ ਪਰ ਹੈ ਧਰਮੀ ਹੈ। ਆਓ ਸਤਿਗੁਰੂ ਜੀ ਨੇ ਆਖਿਆ ਵੀ ਮਨ ਤੋਂ ਅੰਨੇ ਨਹੀਂ ਹੋਣਾ, ਮਨ ਤੋਂ ਵੀ ਅਕਲ ਵਾਲੇ ਹੋਣਾ ਹੈ, ਜਿਵੇਂ ਤਨ ਤੋਂ ਅਕਲ ਵਾਲੇ ਬਣਦੇ ਹਾਂ। ਪੌੜੀ ਦੇ ਵਿੱਚ ਜੋ ਉਪਦੇਸ਼ ਦਿੱਤਾ ਸੁਣ ਕੇ ਸਮਾਪਤੀ ਵੱਲ ਕਰਦੇ। ਪੌੜੀ ਸਭ ਹੋਏ ਦਿਆਲ ਕਿਰਪਾ ਕਰੇ ਕਥਾਈ ਕਰ ਰਾਈ ਮਹਾਰਾਜ ਜੀ ਨੇ ਬੜੇ ਪਿਆਰ ਨਾਲ ਕਿਹਾ ਕਿ ਸਿੱਖਿਆ ਪਤਾ ਕਿਹਨੂੰ ਮਿਲਦੀ ਹੈ, ਜਿਸ ਉੱਪਰ ਸਾਹਿਬ ਦਿਆਲੂ ਹੋ ਜਾਏ। ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਈ ਸੀ। ਆਓ ਗੁਰੂ ਨਾਨਕ ਸਾਹਿਬ ਜੀ ਦਿਆਲੂ ਹੋਏ ਤੇ ਸਿੱਖਿਆ ਦਿੱਤੀ ਪੰਡਤ ਨੂੰ। ਹੁਣ ਜੇ ਮੰਨ ਲਈ ਹੈ ਤੇ ਬਾਬੇ ਮੁਤਾਬਕ ਚੱਲਣਾ ਆ ਗਿਆ। ਗੁਰੂ ਦਿਆਲ ਆਇਆ ਨਾ ਵੀ ਗੁਰੂ ਕੋਲ ਆਇਆ ਮੈਂ, ਗੁਰੂ ਨੇ ਆਖਿਆ ਮੇਰੇ ਸਿੱਖਾ, ਮੇਰੇ ਜਜ਼ਮਾਨਾ, ਮੇਰੇ ਸੇਵਕਾ, ਮੇਰੇ ਭਾਈ, ਮੇਰੀ ਬਾਣੀ ਨੂੰ ਪੜ੍ਹਦਾ ਹੈ, ਮੇਰੀ ਬਾਣੀ ਨੂੰ ਸੁਣਦਾ, ਮੈਂ ਤੇਰੇ ਤੇ ਦਿਆਲੂ, ਤੈਨੂੰ ਮੈਂ ਸਿੱਖਿਆ ਦੇਣ ਲੱਗਾ। ਹੁਣ ਜਿਵੇਂ ਮੈਂ ਆਖਾਂ ਤੂੰ ਉਵੇਂ ਚੱਲੇ, ਤੂੰ ਉਵੇਂ ਚੱਲੇ। ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਈ ਸੀ, ਸੋ ਸੇਵਕ ਸੇਵਾ ਕਰੇ। ਫਿਰ ਜਿਹੜਾ ਸੇਵਕ ਗੁਰੂ ਦੀ ਗੱਲ ਨੂੰ ਮੰਨਦਾ ਨਾ, ਉਹ ਗੁਰੂ ਦੀ ਸੇਵਾ ਵਿੱਚ ਲੱਗ ਜਾਂਦਾ। ਗੁਰੂ ਦੀ ਹਰੇਕ ਗੱਲ ਨੂੰ ਸੱਚ ਕਰਕੇ ਮੰਨਦਾ ਹੈ, ਜਿਸ ਨੂੰ ਹੁਕਮ ਮਨਾਈ ਸੀ। ਵਾਕਿਆ ਜਿਹਨੂੰ ਹੁਕਮ ਮੰਨਣ ਦੀ ਜਿਹੜੀ ਸਮਝ ਸੂਝ ਜਿਹੜੀ ਹੈ ਨਾ, ਉਹ ਆ ਗਈ ਹੈ। ਗੁਰੂ ਨੇ ਜਿਨ੍ਹਾਂ ਨੂੰ ਹੁਕਮ ਮੰਨਣ ਦੀ ਜਾਚ ਸਿਖਾ ਦਿੱਤੀ ਹੈ ਨਾ, ਉਹ ਗੁਰੂ ਦੇ ਹੁਕਮ ਨੂੰ ਮੰਨ ਕੇ ਗੁਰੂ ਦੀ ਸੇਵਾ, ਗੁਰੂ ਦੀ ਬਾਣੀ ਨੂੰ ਮੰਨ ਕੇ ਕਰਦੇ। ਸਤਿਗੁਰੂ ਜੀ ਕਹਿੰਦੇ ਹੁਕਮ ਮੰਨਿਆ ਸੱਚੀ, ਜਿਹੜੇ ਹੁਕਮ ਮੰਨਦੇ ਨੇ, ਹੁਕਮ ਮੰਨਿਆ ਹੋਵੇ ਪ੍ਰਵਾਨ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰੂ ਕਾ ਮਨ ਮੰਨੇ। ਤੇ ਗੁਰੂ ਦਾ ਮਨ ਕਦੋਂ ਮੰਨਣਾ ਹੈ? ਜਦੋਂ ਗੁਰੂ ਦੇ ਹੁਕਮ ਨੂੰ ਮੈਂ ਮੰਨ ਲਿਆ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਇਸ। ਗੁਰੂ ਦੇ ਘਰ ਦੇ ਵਿੱਚ ਜਗ੍ਹਾ
मेरी तां है, गुरु कोल आदर मैं तां प्राप्त करांगा, गुरु मैनू प्राप्त तां करेगा, प्रवान तां करेगा ਜਦੋਂ मैं गुरु के हुक्म ਨੂੰ ਮੰਨਦਾ ਹਾਂ। सतगुरु जी ने ਅੱਗੇ ਆਖਿਆ, ਕਹਿੰਦੇ ਖਸਮੇ ਭਾਵੈ ਸੋ ਕਰੇ, ਮਨੁ ਚਿੰਦਿਆ ਸੋ ਫਲ ਪਾਏ ਸੀ। ਜਦੋਂ ਜੋ ਹੁਣ ਮੇਰੇ ਖਸਮ ਨੂੰ ਭਾਇਆ ਉਹੀ ਹੁਣ ਮੈਂ ਕਰਦਾ ਨਾ, ਤੇ ਸੱਚਮੁੱਚ ਦੁਨੀਆ ਦੇ ਹਰੇਕ ਫਲ ਜਿਹੜੇ ਨੇ ਉਹ ਮੈਨੂੰ ਪ੍ਰਾਪਤ ਹੋ ਗਏ। ਹੁਣ ਥਾਂ ਥਾਂ ਤੇ ਨਹੀਂ ਜਾਣਾ ਪਿਆ, ਹੁਣ ਮੈਨੂੰ ਬੰਦਿਆਂ ਨੂੰ ਗੁਰੂ ਨਹੀਂ ਕਹਿਣਾ ਪਿਆ, ਤੂੰ ਗੁਰੂ ਹੈ, ਤੂੰ ਮੈਨੂੰ ਧਰਮ ਸਿਖਾ, ਤੂੰ ਹੈ, ਤੂੰ ਮੈਨੂੰ ਦੱਸ ਵੀ ਮੈਂ ਧਰਮੀ। ਅੱਜ ਦੱਸ ਰਹੇ ਨੇ ਨਾ ਬੰਦੇ ਵੀ ਜੇ ਮੈਂ ਜਿੱਦਾਂ ਦਾ ਧਰਮੀ ਹੈ ਨਾ, ਤੂੰ ਜੇ ਉਵੇਂ ਦਾ ਧਰਮੀ ਹੋਵੇਗਾ ਨਾ ਤਾਂ ਗੱਲ ਠੀਕ ਹੈ। ਜਿਵੇਂ ਮੈਂ ਮੰਨਦਾ ਨਾ ਉਵੇਂ ਤੂੰ ਮੰਨੇਗਾ ਤੇ ਤੂੰ ਤਾਂ ਧਰਮੀ ਹੈ, ਜਿਵੇਂ ਮੈਂ ਕਰਦਾ ਜੇ ਉਵੇਂ ਤੂੰ ਕਰੇਗਾ ਤੂੰ ਤਾਂ ਧਰਮੀ ਹੈ, ਜੇ ਮੇਰੇ ਵਾਂਗੂ ਨਹੀਂ ਨਾ ਕਰ ਰਿਹਾ ਤੂੰ ਤੇ ਤੂੰ ਧਰਮੀ ਨਹੀਂ। ਅੱਜ ਸਾਡੇ ਸਾਰੇ ਫਲਾਣੇ ਦੇ ਵਿੱਚ ਵੀ ਤੇ ਇਹੀ ਹੋ ਰਿਹਾ ਨਾ। ਇੱਕ ਬੰਦਾ ਕਹਿੰਦਾ ਵੀ ਮੈਂ ਇੰਨੀਆਂ ਬਾਣੀਆਂ ਪੜ੍ਹਦਾ ਮੈਂ ਤਾਂ ਧਰਮੀ ਹੈ, ਜੇ ਤੂੰ ਮੇਰੇ ਵਾਂਗੂ ਪੜ੍ਹੇਗਾ ਤੇ ਤਾਂ ਧਰਮੀ ਹੈ, ਮੈਂ ਇੰਜ ਕਰਦਾ ਜੇ ਤੂੰ ਮੇਰੇ ਵਾਂਗੂ ਕਰੇਗਾ ਤਾਂ ਤੂੰ ਧਰਮੀ ਨਹੀਂ ਤੇ ਨਹੀਂ, ਜੇ ਮੈਂ ਕਿਰਪਾਨ ਵੱਡੀ ਪਾਉਣਾ ਤੂੰ ਵੱਡੀ ਪਾਏਗਾ ਤਾਂ ਤੂੰ ਧਰਮੀ ਨਹੀਂ ਤੇ ਧਰਮੀ ਨਹੀਂ। ਬਾਬੇ ਨੇ ਆ ਸਾਰੀਆਂ ਗੱਲਾਂ ਜਿਹੜੀਆਂ ਰੱਦ ਕੀਤੀਆਂ। ਧਰਮੀ ਕਮਾਉਣ ਵਾਸਤੇ ਗੁਣਾਂ ਦੀ ਲੋੜ ਹੈ, ਧਰਮੀ ਬਣਨ ਵਾਸਤੇ ਚਿੰਨ੍ਹਾਂ ਦੀ ਲੋੜ ਨਹੀਂ। ਚਿੰਨ੍ਹ ਇੱਕ ਪ੍ਰਗਟ ਕਰਦੇ ਨੇ, ਦੱਸਦੇ ਨੇ। ਗੁਰੂ ਸਾਹਿਬ ਨੇ ਸਾਨੂੰ 5 ਅਧਿਕਾਰੀ ਵਰਗੀ ਦਿੱਤੀ ਇਸ ਕਰਕੇ ਵੀ ਪਤਾ ਲੱਗ ਜਾਏ ਗੁਰੂ ਨਾਨਕ ਦਾ ਸਿੱਖ ਹੈ, ਗੁਰੂ ਗੋਬਿੰਦ ਸਿੰਘ ਦਾ ਇਹ ਸਿੰਘ ਹੈ। ਸਾਰਿਆਂ ਦੇ ਵਿੱਚੋਂ 1.25 ਲੱਖ ਸੇ ਏਕ ਲੜਾਉ ਤਬੇ ਗੋਬਿੰਦ ਸਿੰਘ ਤੇ ਅਤ ਨਾਮ ਕਮਾਉ ਕਹਾਉ। ਸਤਿਗੁਰੂ ਜੀ ਅਖੀਰ ਕਹਿਣ ਲੱਗੇ ਵੀ ਜਦੋਂ ਖਸਮ ਦਾ ਹੁਕਮ ਮੰਨਦਾ ਸਾਰੇ ਫਲ ਪ੍ਰਾਪਤ ਹੋ ਜਾਂਦੇ ਨੇ ਤਾਂ ਦਰਗਹਿ ਪੈਂਦਾ ਜਾਏ ਸੀ, ਤਾਂ ਮੇਰਾ ਜੀਵਨ ਜਿਹੜਾ ਉਹ ਸਫਲਾ ਹੋ ਜਾਂਦਾ ਹੈ। ਸੱਚੀ ਕੁਦਰਤ ਦੀ ਦਰਗਾਹ ਵਿੱਚ ਅੱਜ ਮੈਂ ਚਲਾ ਗਿਆ, ਅੱਜ ਮੈਂ ਪ੍ਰਾਪਤ ਕਰ ਲਈ ਪ੍ਰਾਪਤ ਮਾਨੁਖ ਦੀ ਹੋਈਆ ਗੋਬਿੰਦ ਮਿਲਿਆ। ਰੱਬੀ ਦਰਗਾਹ ਦੇ ਵਿੱਚ ਸੇਵਾ ਕਰਦਿਆਂ ਹੋਇਆਂ ਗੁਰੂ ਦੇ ਮੁਤਾਬਕ ਮੈਨੂੰ ਸੱਚੀ ਦਰਗਾਹ ਦੇ ਵਿੱਚੋਂ ਸੱਚੀ ਪੱਤ ਇੱਜ਼ਤ ਜਿਹੜੀ ਹੈ ਉਹ ਮਿਲੀ ਹੈ। ਹੋਈਆਂ ਭੁੱਲਾਂ ਦੀ ਖਿਮਾ। ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।